Hello everyone, today I am going to sharing MA Punjabi semester 1 paper 1 topic number 7 किस्सा काव्य ਦਾ ਇਤਿਹਾਸ ਮੁਲਕ ਤੇ ਸੱਭਿਆਚਾਰ। ਅੱਜ ਆਪਾਂ ਕਿੱਸਾ ਕਾਵਿ ਬਾਰੇ ਉਹਦੇ ਇਤਿਹਾਸ ਬਾਰੇ ਤੇ ਸੱਭਿਆਚਾਰ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਕਿ ਕਿੱਸਾ ਕਾਵਿ ਕੀ ਆ। ਸਭ ਤੋਂ ਪਹਿਲਾਂ ਕਿ ਆਪਾਂ ਕਿੱਸਾ ਕਾਵਿ ਜਾਣਦੇ ਹਾਂ ਕਿ ਕਿਹੜਾ ਰੂਪ ਆ ਕਾਵਿ ਦਾ ਜਿਸ ਵਿੱਚ ਕਿਸੇ ਪ੍ਰੇਮ ਪ੍ਰੇਮਿਕਾ ਦੀ ਕਹਾਣੀ ਨੂੰ ਬਿਆਨ ਕੀਤਾ ਜਾਂਦਾ ਹੈ, ਸੱਚੀ ਇਸ਼ਕ ਦੀ ਕਹਾਣੀ ਨੂੰ ਬਿਆਨ ਕੀਤਾ ਜਾਂਦਾ ਹੈ। ਸੋ ਉਹਨੂੰ ਹੀ ਕਿਹਾ ਜਾਂਦਾ ਆ। ਸੋ ਜਿਹੜਾ ਕਿੱਸਾ ਆ ਉਹ ਅਰਬੀ ਭਾਸ਼ਾ ਦਾ ਸ਼ਬਦ ਆ ਜਿਹੜਾ ਕਿ ਪੰਜਾਬੀ ਵਿੱਚ ਆਇਆ ਆ, ਠੀਕ ਆ। ਸੋ ਇਹ ਕਿਸੇ ਵਿਅਕਤੀ ਦੀ ਕਥਾ ਕਹਾਣੀ ਹੁੰਦੀ ਆ। ਇਹ ਆਪਣਾ ਹੋ ਗਿਆ ਇਹਦਾ ਅਰਥ। ਐਂਡ ਅੱਗੇ ਜਾਂਦਾ ਇੱਕ ਆਪਾਂ ਇਹਦੀ ਮੇਨ ਪਰਿਭਾਸ਼ਾ ਦੇਣੀ ਆ ਇੱਕ ਰਾਈਟਰ ਦੀ, ਜਿਵੇਂ ਕਿ ਇੱਥੇ ਦਿੱਤੀ ਹੋਈ ਡਾਕਟਰ ਅੰਮ੍ਰਿਤਾ ਲਾਲ ਪਾਲ ਦੀ। ਇਹਨਾਂ ਨੇ ਕਿਸੇ ਬਾਰੇ ਕੀ ਹੈ, ਕਿਸੇ ਵਿੱਚ ਆਮ ਤੌਰ 'ਤੇ ਪ੍ਰੀਤ ਕਹਾਣੀ ਨੂੰ ਰੋਮਾਂਟਿਕ ਢੰਗ ਨਾਲ ਬਿਆਨਿਆ ਹੁੰਦਾ ਹੈ। ਕਿੱਸਿਆਂ ਵਿੱਚ ਪ੍ਰੇਮੀਆਂ ਨੂੰ ਆਪਣੇ ਪ੍ਰੇਮ ਮਾਰਗ 'ਤੇ ਚੱਲਦਿਆਂ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ। ਇਹਨਾਂ ਨੂੰ ਜਿਉਂਦੇ ਜੀ ਸਫਲਤਾ ਘੱਟ ਹੀ ਨਸੀਬ ਹੋਈ ਹੈ ਅਤੇ ਬਹੁਤੀ ਵਾਰ ਸਮਾਜਿਕ ਰੋਕਾਂ ਦੇ ਵਿਰੁੱਧ ਘੋਲ ਕਰਦੇ ਇਹ ਆਪਾ ਵਾਰ ਦਿੰਦੇ ਹਨ। ਆਮ ਤੌਰ 'ਤੇ ਇਹ ਰੋਕਾਂ ਜਾਂ ਤਾਂ ਦੋ ਵੱਖ-ਵੱਖ ਜਾਤਾਂ ਦੇ ਪ੍ਰੇਮੀਆਂ ਨੂੰ ਆਪਸ ਵਿੱਚ ਮਿਲਣ ਦੀ ਮਨਾਹੀ ਕਰਕੇ ਜਾਂ ਆਰਥਿਕ ਮਨਾਹੀ ਕਰਕੇ ਜਾਂ ਆਰਥਿਕ ਪਦਵੀ ਦੀ ਨਾ ਬਰਾਬਰੀ ਕਰਕੇ ਆਉਂਦੇ ਹਨ। ਸੋ ਅਸੀਂ ਕਿਸੇ ਬਾਰੇ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਇਲੈਕਟਿਵ ਪੰਜਾਬੀ BA ਦੇ ਵਿੱਚ ਵੀ ਪੜ੍ਹ ਚੁੱਕੇ ਹਾਂ, +2 +1 ਦੇ ਵਿੱਚ ਵੀ ਪੜ੍ਹ ਚੁੱਕੇ ਹਾਂ। ਸੋ ਸਾਨੂੰ ਇੰਨੀ ਸਮਝ ਹੈਗੀ ਕਿ ਅਸੀਂ ਆਹ ਸਮਝ ਸਕੀਏ, ਠੀਕ ਹੈ ਜੀ। ਔਰ ਅੱਗੇ ਆਪਾਂ ਪੜ੍ਹਦੇ ਹਾਂ ਕਿੱਸਾ ਕਾਵਿ ਦਾ ਆਰੰਭ। ਮੀਨਸ ਕਿ ਇਹਦਾ ਜੋ ਆਰੰਭ ਸੀਗਾ ਉਹ ਕਿੱਦਾਂ ਦੀਆਂ ਰਚਨਾਵਾਂ ਦੇ ਨਾਲ ਹੋਇਆ, ਕਿਵੇਂ ਹੋਇਆ ਉਹਦਾ ਆਰੰਭ, ਉਹ ਪੜ੍ਹਾਂਗੇ ਆਪਾਂ। ਪੰਜਾਬੀ ਕਿੱਸਿਆਂ ਦੀ ਪਰੰਪਰਾ ਬਹੁਤ ਪੁਰਾਣੀ ਹੈ, ਪਰੰਤੂ ਅਜੋਕੇ ਪੰਜਾਬੀ ਕਿੱਸੇ ਕਾਵਿ ਦਾ ਆਰੰਭ ਨਿਰਸੰਦੇਹ ਦੋ ਦਮੋਦਰ ਦੇ ਇਸ਼ਕੀਆ ਕਿੱਸੇ ਹੀਰ ਨਾਲ ਹੁੰਦਾ ਹੈ। ਸੋ ਇੱਥੇ ਆਪਾਂ ਦੇਖਦੇ ਹਾਂ ਕਿ ਇਸ ਦਾ ਜਿਹੜਾ ਆਰੰਭ ਆ ਉਹ ਦਮੋਦਰ ਦੀ ਹੀਰ ਦਾ ਹੁੰਦਾ ਹੈ। ਮੀਨਸ ਕਿ ਹੀਰ ਰਾਂਝੇ ਦੀ ਕਹਾਣੀ ਦਮੋਦਰ ਨੇ ਪਹਿਲੀ ਵਾਰ ਲਿਖੀ ਅਤੇ ਉਹਦੇ ਨਾਲ ਕੀ ਆ ਕਿੱਸੇ ਦਾ ਜਿਹੜਾ ਮੁੱਢ ਆ ਜਿਹੜਾ ਉਹ ਬੱਝਿਆ ਜਾਂਦਾ ਆ। ਅੱਗੇ ਪੂਰਵ ਨਾਨਕ ਕਾਲ ਵਿੱਚ ਵੀ ਕਿੱਸਿਆਂ ਦੀ ਸਿਰਜਣਾ ਹੋਈ ਦੱਸੀ ਜਾਂਦੀ ਹੈ। ਪੂਰਵ ਨਾਨਕ ਕਾਲ ਮੀਨਸ ਕਿ ਨਾਨਕ ਕਾਲ ਤੋਂ ਪਹਿਲਾਂ ਵੀ ਕਿੱਸਿਆਂ ਦੀ ਸਿਰਜਣਾ ਹੋਈ ਦੱਸੀ ਜਾਂਦੀ ਹੈ। ਅੱਗੇ ਕਿਰਪਾਲ ਸਿੰਘ ਕਸੇਲ ਦਾ ਕਥਨ ਹੈ ਕਿ ਇਸ ਕਾਲ ਦੇ ਬਹੁਤੇ ਸਾਰੇ ਕਿੱਸੇ ਸਾਡੇ ਤੱਕ ਨਹੀਂ ਪੁੱਜੇ, ਇਸ ਦਾ ਕਾਰਨ ਰਾਜਸੀ ਉਥਲ ਪੁਥਲ ਹੈ। ਸੋ ਮੀਨਸ ਕਿ ਪਹਿਲਾਂ ਵੀ ਹੋਈ ਹੈ ਰਚਨਾ ਬਟ ਉਹ ਸਾਡੇ ਕੋਲ ਆਏ ਨਹੀਂ। ਸੋ ਅਸੀਂ ਦਮੋਦਰ ਦੇ ਕਿੱਸੇ ਨੂੰ ਹੀ ਫਸਟ ਜੋ ਸ਼ੁਰੂਆਤ ਆ ਮੁੱਢ ਆ ਕਿੱਸਿਆਂ ਦਾ ਉਹਨੂੰ ਹੀ ਮੰਨਾਂਗੇ। ਸੋ ਸਭ ਤੋਂ ਪਹਿਲਾਂ ਤਾਂ ਦਮੋਦਰ ਆ ਜਿਹੜਾ ਉਹਨਾਂ ਨੂੰ ਇਹਦਾ ਮੁੱਢ ਹੀ ਮੰਨਿਆ ਗਿਆ ਆ, ਠੀਕ ਹੈ। ਅਤੇ ਇਹਨਾਂ ਨੇ ਆਪਣੇ ਕਿੱਸੇ ਦੇ ਵਿੱਚ ਮਤਲਬ ਕੀ ਗੱਲ ਕੀਤੀ ਆ, ਉਹ ਹੀਰ ਦੇ ਇਸ਼ਕ ਦੀ, ਰਾਂਝੇ ਦੇ ਮਿਲਾਪ ਦੀ ਹੀਰ ਦੇ ਨਾਲ ਉਹ ਸਾਰੀ ਗੱਲ ਕੀਤੀ ਗਈ ਆ। ਸੋ ਅੱਗੇ ਦਮੋਦਰ ਨੇ ਜੇ ਸਾਹਿਬ ਦੀ ਆਰਾਧਨਾ ਵਜੋਂ 2-3 ਤੁਕਾਂ ਦਿੱਤੀਆਂ ਵੀ ਹਨ। ਉਸ ਮਸਨਵੀ ਵਾਲੇ ਲੰਬੇ ਚੌੜੇ ਮੰਗਲਾਚਰਨ ਦੇ ਟਾਕਰੇ ਕੁਝ ਵੀ ਨਹੀਂ। ਪੰਜਾਬੀ ਕਿਸੇ ਸ਼ਾਂਤ ਪ੍ਰਬੰਧ ਦਾ ਅਧਿਐਨ ਕੀਤਾ। ਇੱਥੇ ਸਾਰਾ ਕੁਛ ਇਹੀ ਦੱਸਿਆ ਗਿਆ ਕਿ ਦਮੋਦਰ ਨੇ ਕਿੱਸੇ ਦੀ ਰਚਨਾ ਜਿਹੜੀ ਉਹ ਕਿਸ ਤਰ੍ਹਾਂ ਦੇ ਛੰਦਾਂ ਅਲੰਕਾਰਾਂ ਦੇ ਨਾਲ ਕੀਤੀ ਹੈ, ਕਿਵੇਂ ਸ਼ੁਰੂਆਤ ਕੀਤੀ ਹੈ, ਉਹਦੇ 'ਚ ਮੰਗਲਾਚਰਨ ਦੀ ਵਰਤੋਂ ਹੋਈ ਹੈ ਜਾਂ ਨਹੀਂ ਹੋਈ। ਸੋ ਇਹਦੇ 'ਚ ਉਹਨਾਂ ਨੇ ਜਿਹਦੀ ਸ਼ੁਰੂਆਤ ਸੀ ਕਿੱਸੇ ਦੀ ਜਿਹਨੇ ਕੀਤੀ ਸੀਗੀ ਬਸ ਉਹਦੇ ਬਾਰੇ ਹੀ ਪੂਰਾ ਉਹਦੀ ਰਚਨਾ ਦੇ ਬਾਰੇ ਇੱਥੇ ਲਿਖ ਦਿੱਤਾ ਗਿਆ ਆ, ਠੀਕ ਹੈ ਜੀ। ਐਂਡ ਅੱਗੇ ਸਾਡਾ ਆ ਜਾਂਦਾ ਆ ਭਾਰਤ ਕਥਾ ਕਾਵਿ। ਹੁਣ ਆਪਾਂ ਉਹਦੇ ਇਤਿਹਾਸ ਬਾਰੇ ਵੀ ਜਾਣਨਾ ਆ, ਕਿੱਸਾ ਕਾਵਿ ਦੇ ਇਤਿਹਾਸ ਬਾਰੇ ਵੀ ਆਪਾਂ ਦੇਖਣਾ ਆ ਨਾ। ਸੋ ਉਹ 'ਚ ਪੜ੍ਹਾਂਗੇ। ਸਭ ਤੋਂ ਪਹਿਲਾਂ ਭਾਰਤ ਕਥਾ ਕਾਵਿ ਆ, ਇਹਦਾ ਪੁਆਇੰਟ ਆਉਂਦਾ ਕਥਾ ਦੇ ਅਰਥ ਵਿੱਚ ਗੱਲ, ਪ੍ਰਸੰਗ, ਬਿਆਨ ਜਾਂ ਵਿਆਖਿਆ। ਪੰਜਾਬੀ ਯੂਨੀਵਰਸਿਟੀ ਦੇ ਸਾਹਿਤ ਕੋਸ਼ ਅਨੁਸਾਰ ਕਵਿਤਾ ਵਿੱਚ ਲਿਖੀ ਸਰਲ ਵਸਤੂ ਵਾਲੀ ਕਹਾਣੀ ਨੂੰ ਵੀ ਕਥਾ ਆਖਦੇ ਹਨ। ਇਸੇ ਤਰ੍ਹਾਂ ਕਿਸੇ ਸ਼ਬਦ ਦੀ ਵਿਆਖਿਆ ਨੂੰ ਵੀ ਕਥਾ ਆਖਦੇ ਹਨ। ਪੰਜਾਬੀ ਲੋਕ ਸਾਹਿਤ ਅੰਦਰ ਕਥਾ ਨੂੰ ਗਾਥਾ ਵੀ ਆਖਿਆ ਜਾਂਦਾ ਰਿਹਾ ਹੈ। ਗਾਥਾ ਵਿੱਚ ਕਿਸੇ ਇਤਿਹਾਸਿਕ ਕਥਾ, ਕਿਸੇ ਪ੍ਰੀਤ ਕਹਾਣੀ ਜਾਂ ਮਿਥਿਹਾਸਿਕ ਵਾਰਤਾ ਜਾਂ ਵੀਰਤਾ ਭਰੇ ਬਿਰਤਾਂਤ ਨੂੰ ਦੱਸਿਆ ਹੁੰਦਾ ਹੈ। ਲੋਕ ਗਾਥਾ ਦੇ 4 ਰੂਪ ਪ੍ਰਤੱਖ ਤੌਰ 'ਤੇ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਦੇ ਨਾਮ ਹਨ ਪ੍ਰੀਤ ਗਾਥਾ, ਵੀਰ, ਇਤਿਹਾਸਿਕ ਅਤੇ ਮਿਥਿਹਾਸਿਕ। ਸੋ ਇਹਦੇ 'ਚ ਉਹਨਾਂ ਨੇ ਥੋੜ੍ਹਾ ਜਿਹਾ ਚਾਨਣਾ ਪਾਇਆ ਆ ਕਿ ਕਿਸੇ ਨੂੰ ਰਿਲੇਟ ਕਰਨ ਦੀ ਕੋਸ਼ਿਸ਼ ਕੀਤੀ ਆ ਆਪਦੀਆਂ ਗਾਥਾਵਾਂ ਦੇ ਨਾਲ। ਸੋ ਇਹ ਇੱਕ ਤਰ੍ਹਾਂ ਦਾ ਆਪਣਾ ਕਿੱਸਾ ਕਾਵਿ ਦਾ ਇਤਿਹਾਸ ਹੈ ਕਿ ਭਾਰਤ ਕਥਾ ਕਾਵਿ ਦੇ ਵਿੱਚ ਕਿੱਸਿਆਂ ਨਾਲ ਕੌਣ ਮੈਚ ਕਰਦਾ ਪਿਆ ਸੀਗਾ, ਠੀਕ ਆ। ਇਹਦਾ ਇਹ ਅਰਥ ਆ। ਐਂਡ ਅੱਗੇ ਆ ਜਾਂਦਾ ਆ ਮੌਖਿਕਤਾ। ਆਰੰਭ ਵਿੱਚ ਪੰਜਾਬੀ ਭਾਸ਼ਾ ਅਤੇ ਇਸ ਭਾਸ਼ਾ ਵਿੱਚ ਸਿਰਜੇ ਗਏ ਸਾਹਿਤ ਰੂਪਾਂ ਨੂੰ ਲਿਪੀ ਰੂਪ ਵਿੱਚ ਮਾਪਣ ਦਾ ਕੋਈ ਸਾਧਨ ਨਹੀਂ ਸੀ। ਦੇਖੋ ਪਹਿਲਾਂ ਜਦੋਂ ਸੀਗਾ ਸਮਾਂ, ਜਦੋਂ ਮੀਨਸ ਕਿ ਰਚਨਾਵਾਂ ਹੋਈਆਂ ਪਿਛਲੇ ਸਮੇਂ ਦੇ ਵਿੱਚ, ਜਦੋਂ ਕਿ ਲਿਖਣ ਦਾ ਕੋਈ ਸਾਧਨ ਨਹੀਂ ਸੀ, ਜਸਟ ਬੋਲ ਹੀ ਸਕਦੇ ਸੀਗੇ। ਉਹਦੇ 'ਚ ਜਿਹੜੇ ਕਿਸੇ ਮਤਲਬ ਇਤਿਹਾਸ ਦੇ ਵਿੱਚ ਪਿੱਛੇ ਲਿਖੇ ਗਏ ਆ ਉਹ ਸਾਡੇ ਤੱਕ ਪਹੁੰਚੇ ਨਹੀਂ ਹੈਗੇ। ਮੀਨਸ ਕਿ ਬੋਲਣ ਦਾ ਮਾਧਿਅਮ ਸੀ। ਸੋ ਜਿੰਨਾ ਮੀਨਸ ਕਿ ਯਾਦ ਰਹਿ ਸਕੇ ਸੀ ਅਗਲੇ ਲੋਕਾਂ ਨੂੰ ਉਹਨਾਂ ਨੇ ਬੋਲ ਕੇ ਸੁਣਾ ਦਿੱਤੇ। ਬਾਕੀ ਬਹੁਤੇ ਸਾਡੇ ਤੱਕ ਇਸ ਤਰ੍ਹਾਂ ਮੀਨਸ ਕਿ ਮੌਖਿਕ ਰੂਪ ਦੇ ਵਿੱਚ ਪਹੁੰਚ ਹੀ ਨਹੀਂ ਸਕੇ ਹੈਗੇ। ਸੋ
ਇਹ ਰਚਨਾਵਾਂ ਮੌਖਿਕ ਸਾਹਿਤ ਦਾ ਰੂਪ ਧਾਰ ਕੇ ਵਿਚਰਦੀਆਂ ਰਹੀਆਂ ਹਨ। ਮੂੰਹੋਂ ਮੂੰਹੀਂ ਪੀੜ੍ਹੀ ਦਰ ਪੀੜ੍ਹੀ, ਦੇਖੋ ਜਿੱਦਾਂ ਕਿ ਅੱਗੇ ਅੱਗੇ ਪੀੜ੍ਹੀ, ਇੱਕ ਦਾਦੇ ਨੇ ਪੋਤੇ ਨੂੰ ਸੁਣਾ ਦਿੱਤਾ ਹੈ ਨਾ, ਜਿਵੇਂ ਕਿ ਪਿਓ ਨੇ ਆਪਣੇ ਪੁੱਤਰ ਨੂੰ ਸੁਣਾ ਦਿੱਤਾ, ਐਵੇਂ ਹੀ ਪਹੁੰਚਦੀਆਂ ਰਹੀਆਂ, ਬਟ ਇਹਦਾ ਕੋਈ ਲਿਖਤੀ ਰੂਪ ਸਾਡੇ ਸਾਹਮਣੇ ਨਹੀਂ ਆਇਆ। ਸੋ ਇਹਦੇ 'ਚ ਉਹ ਵੀ ਰਚਨਾਵਾਂ ਲਿਖੀਆਂ ਜੋ ਕਿ ਕਿੱਸਾ ਕਾਵਿ ਦੇ ਨਾਲ ਸੰਬੰਧਿਤ ਸੀਗੀਆਂ, ਉਹ ਮੌਖਿਕਤਾ ਆ ਜਾਂਦਾ ਇਹਦਾ ਇਤਿਹਾਸ ਦੇ ਵਿੱਚ। ਇੱਕ ਕਹਿੰਦਾ ਵਿਦੇਸ਼ੀ ਹਮਲੇ ਦਾ ਪ੍ਰਭਾਵ। ਸੋ ਇਹ ਤਾਂ ਇੱਕ ਬੜੀ ਹੀ ਸੌਖੀ ਜਿਹੀ ਗੱਲ ਆ ਕਿ ਪਿੱਛੇ ਵਿਦੇਸ਼ੀ ਹਮਲਿਆਂ ਦਾ ਪ੍ਰਭਾਵ ਪੜ੍ਹਦੇ ਆਏ ਆ, ਪਿਛਲੇ ਟੌਪਿਕਸ ਦੇ ਵਿੱਚ ਵੀ ਪੜ੍ਹਿਆ ਵਾ, ਪਿਛਲੀਆਂ ਕਲਾਸਿਸ ਦੇ ਵਿੱਚ ਵੀ ਪੜ੍ਹਿਆ ਆ ਕਿ ਵਿਦੇਸ਼ੀ ਹਮਲਿਆਂ ਦਾ ਜੋ ਪ੍ਰਭਾਵ ਸੀਗਾ, ਹਮਲੇ ਟਾਈਮ ਟੂ ਟਾਈਮ ਹੁੰਦੇ ਰਹੇ ਆ। ਸੋ ਉਹਦੇ 'ਚ ਜੋ ਆਪਣਾ ਰਚਿਆ ਗਿਆ ਸਾਹਿਤ ਸੀਗਾ ਉਹ ਬਚ ਨਹੀਂ ਪਾਇਆ ਸੀਗਾ। ਸੋ ਐਵੇਂ ਹੀ ਕਿਸੇ ਦਾ ਇਤਿਹਾਸ ਵੀ ਪਿੱਛੇ ਦੇਖਣ ਨੂੰ ਮਿਲਦਾ ਆ। ਸੋ ਅੱਗੇ ਆ ਮਸਨਵੀ ਦਾ ਪ੍ਰਭਾਵ। ਜਿਵੇਂ ਕਿ ਪਹਿਲਾਂ ਪੰਜਾਬੀ ਵਿੱਚ ਨਹੀਂ ਸੀ ਲਿਖਿਆ ਜਾਂਦਾ, ਮਸਨਵੀ ਦੇ ਭਾਸ਼ਾ ਦੇ ਵਿੱਚ ਲਿਖਿਆ ਜਾਂਦਾ ਸੀਗਾ। ਸਾਹਿਤ ਕੋਸ਼ ਅਨੁਸਾਰ ਮਸਨਵੀ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਦੋ। ਅਰਬੀ ਫਾਰਸੀ ਵਿੱਚ ਮਸਨਵੀ ਉਸ ਕਾਵਿ ਦਾ ਨਾਂ ਹੈ ਜਿਸ ਦੇ ਦੋ ਪਦ ਸਮਾਨ ਅਨੁਪ੍ਰਾਸ ਵਿੱਚ ਚੱਲਦੇ ਹਨ। ਮਸਨਵੀ ਇੱਕ ਬਾਹਰਮੁਖੀ ਕਾਵਿ ਰੂਪ ਹੈ। ਆਰੰਭ ਵਿੱਚ ਇਸ ਵਿੱਚ ਕਥਾ ਕਾਵਿ, ਤਾਰਖੀ ਘਟਨਾਵਾਂ ਅਤੇ ਕਿੱਸੇ ਕਹਾਣੀਆਂ ਬਹੁਤ ਲਿਖੇ ਗਏ ਹਨ। ਮਗਰੋਂ ਇਸ ਵਿੱਚ ਕੁਦਰਤ ਵਰਣਨ, ਮਨੁੱਖੀ ਜਜ਼ਬਿਆਂ ਦੀ ਤਰਜਮਾਨੀ ਅੰਕਿਤ ਕੀਤੀ ਗਈ ਹੈ। ਸੋ ਮਸਨਵੀ ਦੇ ਵਿੱਚ ਲਿਖਿਆ ਗਿਆ ਆ, ਮੀਨਸ ਕਿ ਮਸਨਵੀ ਜਿਹੜੀ ਆ ਉਹ ਅਰਬੀ ਫਾਰਸੀ ਦੇ ਵਿੱਚ ਦੋ ਤੁੱਕਾਂ ਵਾਲੀਆਂ ਲਾਈਨਾਂ ਸੀਗੀਆਂ, ਉਹਦੇ ਵਿੱਚ ਤਾਰੀਖਾਂ ਵਗੈਰਾ ਦੱਸੀਆਂ ਜਾਂਦੀਆਂ ਸੀਗੀਆਂ, ਕਿੱਸੇ ਬੋਲੇ ਜਾਂਦੇ ਸੀਗੇ। ਇੱਕ ਇਹ ਵੀ ਸਾਡਾ ਇਤਿਹਾਸ ਆ, ਠੀਕ ਆ ਜੀ। ਇਹਦੇ ਵਿੱਚ ਅੱਗੇ ਮਸਨਵੀ ਬਾਰੇ ਹੋਰ ਵੀ ਲਿਖਿਆ ਹੈ, ਤੁਸੀਂ ਨੋਟਸ ਦੇ ਵਿੱਚੋਂ ਰੀਡ ਕਰਨਾ। ਸੋ ਮੈਂ ਤੁਹਾਨੂੰ ਮੇਨ ਗੱਲ ਸਮਝਾ ਦਿੱਤੀ ਕਿ ਇਤਿਹਾਸ ਕਿੱਦਾਂ ਲਿਖਣਾ ਆ। ਅਤੇ ਅੱਗੇ ਆਪਣਾ ਆ ਜਾਂਦੇ ਆ 2 ਪੁਆਇੰਟ, ਕਿੱਸਾ, ਮਸਨਵੀ ਅਤੇ ਛੰਦ ਅਤੇ ਭਾਸ਼ਾ ਪੱਖ। ਕਿੱਸਾ ਮਸਨਵੀ ਅਤੇ ਜਿਹੜਾ ਛੰਦ ਆ, ਇਹਦੇ 'ਚੋਂ ਆਪਾਂ ਦੱਸਣਾ ਵਾ ਕਿ ਜਿਹੜੀ ਕਿੱਸੇ ਸੀਗੇ ਅਤੇ ਮਸਨਵੀ ਸੀ ਅਤੇ ਛੰਦ, ਉਹਨਾਂ ਦਾ ਮਿਲਾਪ ਕਰਕੇ ਕਿਵੇਂ ਕਿੱਸਾ ਬਣਾਇਆ ਗਿਆ। ਅਤੇ ਭਾਸ਼ਾ ਪੱਖ ਮੀਨਸ ਕਿ ਭਾਸ਼ਾ ਜਿਹੜੀ ਸੀ ਉਹ ਕਿਵੇਂ ਦੀ ਵਰਤੀ ਜਾਂਦੀ ਸੀਗੀ, ਠੀਕ ਆ। ਮੀਨਸ ਕਿ ਜਿਹੜੀ ਭਾਸ਼ਾ ਪੱਖੋਂ ਦਮੋਦਰ ਦੀ ਭਾਸ਼ਾ ਲੈਂਦੇ ਪੰਜਾਬ ਦੀ, ਮਲਤਾਨੀ ਅਤੇ ਪੀਲੂ ਦੀ ਕਿੱਸਾ ਭਾਸ਼ਾ ਕੇਂਦਰੀ ਪੰਜਾਬੀ। ਸੋ ਉੱਥੇ ਭਾਸ਼ਾ ਦੱਸਣੀ ਕਿ ਕਿੱਸੇ ਦੇ ਵਿੱਚ ਜੋ ਮੁੱਢ ਤੋਂ ਸਟਾਰਟ ਹੋਈ ਸੀ, ਕਿਹੜੀ ਬੋਲੀ ਜਾਂਦੀ ਸੀ। ਇਹ 'ਚ ਦੇਖੋ ਇੱਥੇ ਮੈਂ ਲਿਖਿਆ ਕਿ ਆਲ ਪੁਆਇੰਟ ਕਵਰ ਇਨ ਪ੍ਰੀਵੀਅਸ ਕੁਐਸਚਨ। ਦੇਖੋ ਜਿਹੜਾ ਕਿੱਸਾ ਕਾਵਿ ਦਾ ਸੱਭਿਆਚਾਰ ਆ ਅਤੇ ਇਤਿਹਾਸ ਆ ਨਾ, ਇਹ ਤੁਹਾਨੂੰ ਕੁਐਸਚਨ ਇਕੱਠਾ ਹੀ ਵੈਸੇ ਆਊਗਾ। ਜੇ ਇਕੱਠਾ ਨਹੀਂ ਆਉਂਦਾ ਨਾ, ਇਕੱਲਾ ਆਉਂਦਾ ਕਿੱਸਾ ਕਾਵਿ ਦਾ ਇਤਿਹਾਸ, ਤਾਂ ਆਪਾਂ ਉਦੋਂ ਵੀ ਇੱਥੇ ਤੱਕ ਪੂਰਾ ਲਿਖਣਾ ਆ, ਸਿੱਟੇ ਤੱਕ, ਠੀਕ ਆ। ਅਤੇ ਜੇ ਆ ਜਾਂਦਾ ਆ ਸਾਨੂੰ ਨਾਲ ਸੱਭਿਆਚਾਰ ਵੀ, ਫਿਰ ਵੀ ਆਪਾਂ ਇਹ ਸਾਰਾ ਲਿਖ ਕੇ ਨਾਲ ਇਹ ਵਾਲੇ 2 ਪੁਆਇੰਟ ਐਡ ਕਰਨੇ ਆ, ਠੀਕ ਹੈ। ਮੈਂ ਵੈਸੇ ਨੋਟਸ ਦੇ ਵਿੱਚ ਸਿੱਧਾ ਹੀ ਪਾਇਆ ਹੋਇਆ ਹੈ, ਇੱਥੇ ਤੱਕ ਪਾ ਕੇ, ਇੱਥੇ ਤੱਕ ਮੀਨਸ ਕਿ ਪਾ ਕੇ ਮਸਨਵੀ ਦਾ ਪ੍ਰਭਾਵ ਤੋਂ ਪਾ ਕੇ ਆਹ 2 ਪੁਆਇੰਟ ਵਿੱਚ ਐਡ ਕਰਕੇ ਐਂਡ 'ਤੇ ਸਿੱਟਾ ਪਾਇਆ ਹੋਇਆ ਆ। ਸੋ ਜੇ ਉੱਦਾਂ ਕਰਨਾ ਤਾਂ ਆਪਾਂ ਉੱਦਾਂ ਵੀ ਕਰ ਸਕਦੇ ਹਾਂ। ਮੀਨਸ ਇਹਦਾ ਕਹਿਣ ਦਾ ਭਾਵ ਹੈਗਾ ਆ ਕਿ ਜਿਹੜਾ ਕਿੱਸਾ ਕਾਵਿ ਦਾ ਇਤਿਹਾਸ ਮੂਲਕ ਅਤੇ ਸੱਭਿਆਚਾਰ, ਉਹ ਦੋਨੋਂ ਇਕੱਠੇ ਹੀ ਆ, ਉਹ ਅਲੱਗ-ਅਲੱਗ ਨਹੀਂ ਹੈਗੇ। ਸੋ ਤੁਸੀਂ ਜੋ ਇਤਿਹਾਸ ਦੇ ਵਿੱਚ ਲਿਖਦੇ ਉਹੀ ਸੱਭਿਆਚਾਰ 'ਚ ਲਿਖਣਾ, ਜੇ ਦੋਨੋਂ ਅਲੱਗ-ਅਲੱਗ ਕੁਐਸਚਨਸ ਆਉਂਦੇ ਆ, ਠੀਕ ਆ ਜੀ। ਇਹ ਸਾਡਾ ਸੀਗਾ ਕਿੱਸਾ ਕਾਵਿ ਦਾ ਇਤਿਹਾਸ, ਮੂਲਕ ਅਤੇ ਸੱਭਿਆਚਾਰ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਐਂਡ ਜੇ ਤੁਹਾਨੂੰ ਕੋਈ ਸਮਝ ਨਾ ਆਇਆ ਹੋਵੇ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਲਿਓ। ਐਂਡ ਬਾਕੀ ਜਿਹੜੇ ਟੈਲੀਗ੍ਰਾਮ 'ਤੇ ਐਡ ਨਹੀਂ ਹੈਗੇ, ਉਹ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਮੇਰੇ ਤੋਂ ਲਿੰਕ ਲੈ ਸਕਦੇ ਆ ਅਤੇ ਮੈਨੂੰ ਉਹਨਾਂ ਟੈਲੀਗ੍ਰਾਮ ਦਾ ਲਿੰਕ ਸੈਂਡ ਕਰਕੇ ਐਡ ਕਰ ਸਕਦੀ ਹਾਂ। ਐਂਡ ਆਪਣੇ ਹੋਰ ਵੀ ਮਿੱਤਰਾਂ ਵਾਲਿਆਂ ਨੂੰ ਦੱਸੋ ਕਿ ਪੰਜਾਬੀ ਦਾ ਜਿਹੜਾ MA ਕਰ ਰਿਹਾ ਅਤੇ ਉਹ ਮੇਰੀਆਂ ਵੀਡੀਓਜ਼ ਦੇਖਣ ਅਤੇ ਇਸ ਤੋਂ ਲਾਭ ਉਠਾ ਸਕਣ। ਅਤੇ ਸਤਿ ਸ਼੍ਰੀ ਅਕਾਲ ਜੀ।